ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਮੈਂ ਉਮੀਦ ਕਰਦੀ ਹਾਂ ਤੁਸੀਂ ਆਪਣੀ ਸਿਹਤ ਦਾ ਵਧੀਆ ਧਿਆਨ ਰੱਖ ਰਹੇ ਹੋਵੋਗੇ ਤੇ ਪੜ੍ਹਾਈ ਵੀ ਵਧੀਆ ਚੱਲ ਰਹੀ ਹੋਏਗੀ। ਆਪਾਂ ਕਰਨ ਜਾ ਰਹੇ ਹਾਂ ਵੈਲਕਮ ਲਾਈਫ ਸਵਾਗਤ ਜ਼ਿੰਦਗੀ ਪੰਜਵੀਂ ਜਮਾਤ ਦੀ ਕਿਤਾਬ ਦਾ ਪਹਿਲਾ ਪਾਠ ਜਿਹਦਾ ਨਾਮ ਹੈ ਸਿਹਤ ਅਤੇ ਸਫਾਈ। ਕੂੜਾ, ਕੀਟਾਣੂ ਅਤੇ ਬਿਮਾਰੀਆਂ। ਆ ਦੇਖੋ ਹੈ ਇੰਨੇ ਕੀਟਾਣੂ ਹੁਣ ਕੀ ਬਣੂ। ਇਸ ਫੋਟੋ ਵਿੱਚ ਦਿਖਾਇਆ ਗਿਆ ਵੀ ਇਸ ਬੱਚੇ ਦੇ ਹੱਥਾਂ ਵਿੱਚ ਕਿੰਨੇ ਕੀਟਾਣੂ ਲੱਗੇ ਹੋਏ ਨੇ ਤੇ ਆ ਬੱਚਾ ਕੀਟਾਣੂ ਕਰਕੇ ਹੀ ਬਿਮਾਰ ਵੀ ਹੈ। ਦੇ ਮੂੰਹ 'ਚ ਥਰਮਾਮੀਟਰ ਵੀ ਪਾਇਆ ਹੋਇਆ ਹੈ ਨਾ। ਹੱਥਾਂ ਤੇ ਕੀਟਾਣੂ ਨੇ, ਜਦ ਆਪਾਂ ਖਾਣਾ ਖਾਵਾਂਗੇ ਤਾਂ ਕੀਟਾਣੂ ਅੰਦਰ ਚਲੇ ਜਾਣਗੇ ਤਾਂ ਬਿਮਾਰ ਹੋ ਜਾਵਾਂਗੇ। ਤਾਂ ਇੱਥੇ ਲਿਖਿਆ ਬੱਚਿਓ ਤੁਸੀਂ ਬਿਮਾਰੀ ਦੀ ਛੁੱਟੀ ਦੇ ਬਿਨੇ ਪੱਤਰ ਵਿੱਚ ਅਕਸਰ ਲਿਖਦੇ ਹੋ ਕਿ ਮੈਂ ਸਕੂਲ ਨਹੀਂ ਆ ਸਕਦਾ ਜਾਂ ਸਕਦੀ ਕਿਉਂਕਿ ਮੈਨੂੰ ਬੁਖਾਰ ਹੋ ਗਿਆ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਬੁਖਾਰ ਕਿਵੇਂ ਹੋ ਜਾਂਦਾ ਹੈ। ਤੁਸੀਂ ਸਾਰਿਆਂ ਨੇ ਅਰਜੀ ਤਾਂ ਲਿਖੀ ਹੋਏਗੀ ਵੀ ਮੈਂ ਬਿਮਾਰ ਆ ਤੇ ਮੈਂ ਆ ਨਹੀਂ ਸਕਦਾ ਸਕੂਲ, ਹੈ ਨਾ। ਤਾਂ ਤੁਸੀਂ ਬੁਖਾਰ ਵੀ ਹੋ ਸਕਦਾ ਹੈ। ਕੀ ਕਾਰਨ ਹੈ ਬੁਖਾਰ ਹੋਣ ਦਾ? ਇਹ ਹੁੰਦੇ ਨੇ ਕੀਟਾਣੂ। ਤਾਂ ਆਓ ਅੱਗੇ ਵਧਦੇ ਹਾਂ। ਕੀ ਲਿਖਿਆ ਬੱਚਿਓ? ਬੁਖਾਰ, ਜ਼ੁਕਾਮ, ਖਾਂਸੀ ਸਾਨੂੰ ਕੀਟਾਣੂ ਨਾਲ ਹੁੰਦਾ ਹੈ। ਬੁਖਾਰ ਹੋਏ, ਜ਼ੁਕਾਮ ਹੋਏ, ਖਾਂਸੀ ਇਹ ਸਾਰੇ ਕੀਟਾਣੂਆਂ ਨਾਲ ਹੁੰਦੇ ਨੇ। ਕੀਟਾਣੂਆਂ ਨਾਲ ਬੁਖਾਰ, ਜ਼ੁਕਾਮ, ਖਾਂਸੀ ਹੀ ਨਹੀਂ ਸਗੋਂ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਜਿਵੇਂ ਟਾਈਫਾਇਡ, ਹੈਜਾ, ਪੇਚਸ, ਖਸਰਾ ਆਦਿ। ਕੀਟਾਣੂ ਵੱਖ-ਵੱਖ ਢੰਗਾਂ ਨਾਲ ਆਲੇ ਦੁਆਲੇ ਦੀ ਗੰਦਗੀ ਤੋਂ ਸਾਡੇ ਨੋਹਾਂ ਅਤੇ ਹੱਥਾਂ ਤੱਕ ਪਹੁੰਚ ਜਾਂਦੇ ਨੇ। ਬੱਚਿਓ ਆਲੇ ਦੁਆਲੇ ਜਿੰਨੀ ਵੀ ਗੰਦਗੀ ਹੋਏਗੀ ਉਹ ਸਾਡੇ ਹੱਥਾਂ ਰਾਹੀਂ ਜਾਂ ਤਾਂ ਸਾਡੇ ਨੋਹਾਂ ਵਿੱਚ ਫਸ ਜਾਏਗੀ ਤੇ ਜੇ ਅਸੀਂ ਹੱਥ ਨਹੀਂ ਧੋਵਾਂਗੇ ਤਾਂ ਸਾਡੇ ਸਰੀਰ ਵਿੱਚ ਜਾਏਗੀ ਉਹ ਗੰਦਗੀ। ਤਾਂ ਬਹੁਤ ਜ਼ਰੂਰੀ ਹੈ ਵੀ ਅਸੀਂ ਆਪਣੇ ਹੱਥ ਸਾਫ਼ ਰੱਖੀਏ ਤੇ ਆਲਾ ਦੁਆਲਾ ਵੀ ਸਾਫ਼ ਰੱਖੀਏ। ਇੱਥੇ ਲਿਖਿਆ ਆਓ ਸਮਝਦੇ ਹਾਂ ਕਿਵੇਂ। ਕੀਟਾਣੂ ਅਕਸਰ ਹੱਥਾਂ ਰਾਹੀਂ ਫੈਲਦੇ ਹਨ। ਹੁਣ ਹੱਥਾਂ ਰਾਹੀਂ ਇਹ ਕੀਟਾਣੂ ਕਿਵੇਂ ਫੈਲਦੇ ਨੇ? ਆ 5 ਗੱਲਾਂ ਦੱਸੀਆਂ ਹੋਈਆਂ ਨੇ। ਸਭ ਤੋਂ ਪਹਿਲਾਂ ਨੱਕ, ਮੂੰਹ, ਹੱਥਾਂ, ਅੱਖਾਂ ਤੋਂ। ਖੰਘਣ, ਛਿੱਕਣ ਅਤੇ ਅੱਖਾਂ ਮਲਣ ਤੇ ਹੱਥਾਂ ਰਾਹੀਂ ਦੂਜਿਆਂ ਤੱਕ ਪਹੁੰਚ ਜਾਂਦੇ ਨੇ। ਮੰਨ ਲਓ ਤੁਸੀਂ ਛਿੱਕਿਆ, ਉਸ ਤੋਂ ਬਾਅਦ ਕਿਸੇ ਨਾਲ ਹੱਥ ਮਿਲਾ ਲਿਆ ਤਾਂ ਕੀਟਾਣੂ ਪਹੁੰਚ ਗਏ ਨਾ। ਤਾਂ ਬਚਾਓ ਕੀ ਹੈ ਇਹਦਾ? ਖੰਘਣ ਛਿੱਕਣ ਸਮੇਂ ਰੁਮਾਲ ਦੀ ਵਰਤੋਂ ਕਰਨਾ। ਜਦ ਤੁਸੀਂ ਖੰਘਣਾ ਹੈ, ਛਿੱਕਣਾ ਹੈ, ਹੱਥ ਦੀ ਥਾਂ ਤੇ ਤੁਸੀਂ ਰੁਮਾਲ ਦੀ ਵਰਤੋਂ ਕਰੋ, ਸਭ ਤੋਂ ਵਧੀਆ ਤਰੀਕਾ ਹੈ। ਬਿਮਾਰ ਵਿਅਕਤੀ ਦੇ ਪਖਾਨੇ ਤੋਂ ਦੂਜੇ ਵਿਅਕਤੀਆਂ ਤੱਕ ਸੰਪਰਕ ਰਾਹੀਂ। ਤੇ ਮੰਨ ਲਓ ਕੋਈ ਬਿਮਾਰ ਇਨਸਾਨ ਹੈ ਜੇ ਉਹ ਟਾਇਲਟ ਗਿਆ ਤੇ ਤੁਸੀਂ ਵੀ ਉਹ ਟਾਇਲਟ ਗਏ ਹੋ, ਉੱਥੇ ਬਾਥਰੂਮ ਗਏ ਹੋ ਤੇ ਜੇ ਤੁਸੀਂ ਹੱਥ ਨਹੀਂ ਧੋਏ ਤਾਂ ਵੀ ਬਿਮਾਰੀਆਂ ਫੈਲਦੀਆਂ ਨੇ। ਤਾਂ ਇਹਦਾ ਬਚਾਵ ਹੈਗਾ ਪਖਾਨੇ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋ। ਤੀਜਾ, ਜਾਨਵਰਾਂ ਤੋਂ ਭੋਜਨ ਤੱਕ ਛੂਹਣ ਤੇ। ਜਾਨਵਰਾਂ ਤੋਂ ਵੀ ਹੋ ਸਕਦਾ ਹੈ। ਬਚਾਓ ਕੀ ਹੈ ਵੀ ਜਦ ਤੁਸੀਂ ਜਾਨਵਰਾਂ ਨਾਲ ਖੇਡ ਲਵੋ ਉਸ ਤੋਂ ਬਾਅਦ ਤੁਸੀਂ ਆਪਣੇ ਹੱਥ ਧੋ ਲਓ। ਅਗਲਾ, ਹੱਥਾਂ ਤੋਂ ਭੋਜਨ ਤੱਕ ਕਿਵੇਂ ਪਹੁੰਚਦੇ ਨੇ? ਦੇਖੋ ਗੰਦੇ ਹੱਥਾਂ ਨਾਲ ਭੋਜਨ ਪਕਾਉਣ ਅਤੇ ਖਾਣ ਨਾਲ। ਜੇ ਅਸੀਂ ਗੰਦੇ ਹੱਥ ਰੱਖਾਂਗੇ ਤੇ ਭੋਜਨ ਵੀ ਪਕਾਵਾਂਗੇ ਉਹਨਾਂ ਹੱਥਾਂ ਨਾਲ, ਖਾਵਾਂਗੇ ਵੀ ਤਾਂ ਗੰਦਗੀ ਤਾਂ ਪਹੁੰਚੇਗੀ ਪਹੁੰਚੇਗੀ। ਬਚਾਓ ਇਹ ਹੈ ਵੀ ਹਮੇਸ਼ਾ ਭੋਜਨ ਪਕਾਉਣ ਅਤੇ ਖਾਣ ਤੋਂ ਪਹਿਲਾਂ ਹੱਥ ਧੋ। ਬਹੁਤ ਜ਼ਰੂਰੀ ਹੈ ਵੀ ਤੁਸੀਂ ਚੰਗੀ ਤਰ੍ਹਾਂ ਘੱਟ ਤੋਂ ਘੱਟ 20 ਸੈਕਿੰਡ ਦਾ ਸਾਬਣ ਲਾ ਕੇ ਮਲ ਕੇ ਹੱਥ ਧੋਵੋ ਆਪਣੇ। ਠੀਕ ਹੈ। ਅੱਗੇ ਹੈ ਕੱਚੇ ਭੋਜਨ ਤੋਂ ਬਾਕੀ ਭੋਜਨ ਤੱਕ ਹੱਥਾਂ ਰਾਹੀਂ। ਬਚਾਓ ਭੋਜਨ ਪਕਾ ਕੇ ਖਾਣਾ, ਫਲ ਚੰਗੀ ਤਰ੍ਹਾਂ ਧੋ ਕੇ ਖਾਣਾ। ਬੱਚਿਓ ਖਾਲੀ ਜਿਹੜੀ ਮੈਦਾਨ ਹੁੰਦਾ ਹੈ ਉੱਥੇ ਤਾਂ ਕੀਟਾਣੂ ਆ ਕੇ ਬੈਠਦੇ ਨੇ, ਮੱਛਰ ਆ ਕੇ ਬੈਠ ਜਾਂਦੇ ਨੇ ਕਦੇ ਕਿਤੇ ਕਦੇ ਕਿਤੇ। ਤਾਂ ਇਹ ਬਹੁਤ ਜ਼ਰੂਰੀ ਹੈ ਵੀ ਤੁਸੀਂ ਜਿਹੜਾ ਵੀ ਫਲ ਹੁੰਦਾ ਹੈ, ਜਿਹੜੀ ਵੀ ਸਬਜ਼ੀ ਹੁੰਦੀ ਹੈ, ਜਦ ਬਾਜ਼ਾਰ ਤੋਂ ਲੈ ਕੇ ਆਓ ਚੰਗੀ ਤਰ੍ਹਾਂ ਧੋ ਕੇ ਫਿਰ ਉਸ ਤੋਂ ਬਾਅਦ ਉਹਦੀ ਵਰਤੋਂ ਕਰੋ। ਇੱਥੇ ਲਿਖਿਆ ਮਨਕਰਨ ਨੂੰ ਇਹ ਸਰਟੀਫਿਕੇਟ ਮਿਲਿਆ ਹੈ ਕਿਉਂਕਿ ਉਸਨੇ ਸਭ ਕਰ ਲਿਆ ਹੈ। ਕੀ ਤੁਸੀਂ ਵੀ ਅਜਿਹਾ ਸਰਟੀਫਿਕੇਟ ਲੈਣਾ ਚਾਹੁੰਦੇ ਹੋ? ਆਓ ਦੇਖੀਏ ਮਨਕਰਨ ਨੇ ਕੀ ਕੁਝ ਕੀਤਾ ਹੈ। ਮੈਂ ਕੀਟਾਣੂ ਮੁਕਤ ਹਾਂ। ਮੇਰੇ ਕੋਲ ਕੋਈ ਕੀਟਾਣੂ ਨਹੀਂ, ਪਰ ਉਹ ਕਿੱਦਾਂ ਹੈਗੇ ਮੁਕਤ?
देखते हैं। ना मन करन है उदा, जमात है पंजवी। पहली गल उन्हें की कीती कीटाणु मुक्त होने लई मैं अपने हाथ समय समय ते धोंदा रहंदा हां। सब तो वड्डी गल भी अपने समय समय ते हाथ धोंदा है, हाथां दी सफाई रखदा है। दूजी, मैं हर रोज नहांदा हां, वो रोज नहांदा भी है। तीजी, मैं साफ सुथरे कपड़े पाउंदा हां, नाल दी नाल नहा के साफ सुथरे कपड़े भी पाउंदा है। चौथा, मैं अपने दंद चंगी तरह साफ करदा हां, दंदां ते भी ब्रश करदा है, तो बहुत ही वधिया गल है। मेरा घर ਅਤੇ ਆਲਾ ਦੁਆਲਾ ਸਾਫ ਸੁਥਰਾ ਹੈ, ਬਹੁਤ ਵਧੀਆ ਗੱਲ ਹੈ। ਤੇ ਛੇਵਾਂ, ਮੈਂ ਫਲ ਅਤੇ ਸਬਜ਼ੀਆਂ ਨੂੰ ਧੋ ਕੇ ਖਾਂਦਾ ਹਾਂ। ਜਦ ਤੁਸੀਂ ਬਾਜ਼ਾਰੋਂ ਕੁਝ ਵੀ ਲੈ ਕੇ ਆਉਂਦੇ ਹੋ ਕੱਚਾ, ਤਾਂ ਇਹ ਬਹੁਤ ਜ਼ਰੂਰੀ ਹੈ ਵੀ ਤੁਸੀਂ ਉਹਨੂੰ ਧੋ ਕੇ ਖਾਓ, ਤਾਂ ਹੀ ਤੁਸੀਂ ਤੰਦਰੁਸਤ ਜੀਵਨ ਬਤੀਤ ਕਰ ਸਕਦੇ ਹੋ, ਤੰਦਰੁਸਤ ਰਹਿ ਸਕਦੇ ਹੋ, ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ। ਅੱਗੇ ਹੈ ਪਹਿਲੀ ਕਿਰਿਆ, ਹੱਥ ਮਿਲਾਓ। इंज होएगा, जमात दे सारे बच्चों ਨੂੰ एक गोल चक्कर विच खड़े करो। इंज करके सारे बच्चे गोल चक्कर विच खड़े हो जाएंगे। एक बच्चे दे हथ ते टैलकम पाउडर पाओ, ते फिर ए वाले बच्चे दे हथ ते आपां पाउडर पा दांगे। उस बच्चे ਨੂੰ अगले बच्चे नाल हथ मिलाउण लई कहो, ए बच्चा अगले बच्चे नाल हथ मिलाएगा। इस तरह ਇਹ हथ मिलाउण ਦਾ सिलसिला ਅੱਗੇ ਜਾਰੀ ਰੱਖੋ। फिर ये बच्चा वो पाउडर वाला हथ ਇਹਦੇ ਨਾਲ मिलाएगा, फिर ਇਹਦੇ ਨਾਲ, इंज करके जारी रखना है ਜਦੋਂ तक सारे बच्चे हथ ना मिला लें। ਹੁਣ ਬੱਚਿਆਂ ਨੂੰ ਆਪਣੀ ਕਾਪੀ, ਕਿਤਾਬ, ਪੈਨ, ਪੈਨਸਿਲ ਆਦि ਫੜਨ ਲਈ ਕਹੋ। ਬੱਚਿਆਂ ਨੂੰ ਦੱਸੋ ਕਿ ਜਿਸ ਤਰ੍ਹਾਂ ਪਾਊਡਰ ਇੱਕ ਬੱਚੇ ਦੇ ਹੱਥ ਤੋਂ ਦੂਜੇ ਬੱਚੇ ਦੇ ਹੱਥਾਂ ਵਿੱਚ ਚਲਾ ਜਾਂਦਾ ਹੈ ਅਤੇ ਚੀਜ਼ਾਂ ਛੂਣ ਤੇ ਚੀਜ਼ਾਂ ਵਿੱਚ ਚਲਾ ਜਾਂਦਾ ਹੈ, ਕੀਟਾਣੂ ਵੀ ਇਸੇ ਤਰ੍ਹਾਂ ਇੱਕ ਤੋਂ ਦੂਜੇ ਤੱਕ ਹੱਥਾਂ ਰਾਹੀਂ ਇਸੇ ਤਰ੍ਹਾਂ ਫੈਲਦੇ ਹਨ। ਤੇ ਹੋਇਆ ਕੀ ਸੀ, ਪਹਿਲੇ ਬੱਚੇ ਨੇ ਹੱਥਾਂ ਤੇ ਪਾਊਡਰ ਲਾਇਆ ਸੀ, ਫਿਰ ਉਹਨੇ ਅਗਲੇ ਨੂੰ ਹੱਥ ਮਿਲਾਇਆ ਤਾਂ ਦੂਜੇ ਬੱਚੇ ਦੇ ਹੱਥ ਤੇ ਪਾਊਡਰ ਚਲਾ ਗਿਆ। ਇੰਜ ਕਰਦੇ ਕਰਦੇ ਗੋਲ ਚੱਕਰ ਵਿੱਚ ਜਿੰਨੇ ਬੱਚੇ ਖੜੇ ਸੀ ਸਭਾਂ ਦੇ ਹੱਥਾਂ ਤੇ ਪਾਊਡਰ ਲੱਗ ਗਿਆ। ਫਿਰ ਉਹਨਾਂ ਨੇ ਆਪਣੀਆਂ ਕਾਪੀਆਂ, ਕਿਤਾਬਾਂ, ਹੋਰ ਚੀਜ਼ਾਂ ਨੂੰ ਹੱਥ ਲਾਇਆ, ਉਹ ਵੀ ਪਾਊਡਰ ਨਾਲ ਰੰਗੀਆਂ ਗਈਆਂ। ਤੇ ਇੱਥੋਂ ਇਹ ਪਤਾ ਲੱਗਦਾ ਹੈ ਜਿਵੇਂ ਪਾਊਡਰ ਇੱਕ ਤੋਂ ਦੂਜੇ, ਦੂਜੇ ਤੋਂ ਤੀਜੇ ਤੇ ਫਿਰ ਸਾਰੀਆਂ ਚੀਜ਼ਾਂ ਤੱਕ ਫੈਲ ਗਿਆ, ਠੀਕ ਉਵੇਂ ਹੀ ਜਿਹੜੇ ਕੀਟਾਣੂ ਹੁੰਦੇ ਨੇ ਇੱਕ ਤੋਂ ਦੂਜੇ, ਦੂਜੇ ਤੋਂ ਤੀਜੇ, ਫਿਰ ਸਾਰੀਆਂ ਚੀਜ਼ਾਂ ਤੱਕ ਫੈਲ ਜਾਂਦੇ ਨੇ। ਤੇ ਜਦ ਕੋਈ ਬਾਹਰਲਾ ਬੰਦਾ ਆ ਕੇ ਉਸ ਚੀਜ਼ ਨੂੰ ਛੂੰਦਾ ਹੈ ਤਾਂ ਫਿਰ ਉਹਨੂੰ ਵੀ ਉਹ ਕੀਟਾਣੂ ਲੱਗ ਜਾਂਦੇ ਨੇ। ਇਸ ਲਈ ਬਹੁਤ ਜ਼ਰੂਰੀ ਹੈ ਵੀ ਤੁਸੀਂ ਆਪਣੀ ਹੱਥਾਂ ਦੀ ਸਫਾਈ ਰੱਖੋ। ਅੱਗੇ ਹੈਗਾ ਖਾਲੀ ਥਾਵਾਂ ਭਰੋ। ਪਹਿਲਾ, ਕੀਟਾਣੂ ਅਕਸਰ ਡੈਸ਼ ਰਾਹੀਂ ਫੈਲਦੇ ਹਨ, ਅੱਖਾਂ ਜਾਂ ਹੱਥਾਂ, ਅਕਸਰ ਹੱਥਾਂ ਰਾਹੀਂ ਫੈਲਦੇ ਹਨ। ਦੂਜਾ, ਖੰਘਣ ਛਿੱਕਣ ਸਮੇਂ ਡੈਸ਼ ਦੀ ਵਰਤੋਂ ਕਰਨੀ ਚਾਹੀਦੀ ਹੈ, ਹੱਥਾਂ ਜਾਂ ਰੁਮਾਲ। ਰੁਮਾਲ ਦੀ ਵਰਤੋਂ ਕਰਨੀ ਚਾਹੀਦੀ ਹੈ। ਤੀਜਾ, ਪਖਾਨੇ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਡੈਸ਼ ਨਾਲ ਧੋਣੇ ਚਾਹੀਦੇ ਹਨ, ਸਾਬਣ ਜਾਂ ਮਿੱਟੀ। ਬਿਲਕੁਲ ਜੀ, ਸਾਬਣ ਨਾਲ। ਚੌਥਾ, ਕੀਟਾਣੂ ਜਾਨਵਰਾਂ ਤੋਂ ਬਾਅਦ ਭੋਜਨ ਤੱਕ ਡੈਸ਼ ਤੇ ਫੈਲਦੇ ਹਨ, ਛੂਣ ਤੇ ਜਾਂ ਖਾਣ ਤੇ। ਇਹ ਛੂਣ ਤੇ ਫੈਲਦੇ ਹਨ। ਅੱਗੇ ਚੱਲਦੇ ਹਾਂ। ਸੁਖਦੀਪ ਨੇ ਘਰ ਵਿੱਚ ਕੁੱਤਾ ਰੱਖਿਆ ਹੋਇਆ ਹੈ, ਉਹ ਹਰ ਰੋਜ਼ ਉਸ ਨਾਲ ਖੇਡਦਾ ਹੈ। ਅਚਾਨਕ ਉਹ ਬਿਮਾਰ ਪੈ ਗਿਆ ਅਤੇ ਡਾਕਟਰ ਕੋਲ ਗਿਆ। ਡਾਕਟਰ ਨੇ ਉਸ ਨੂੰ ਬਿਮਾਰ ਹੋਣ ਦਾ ਕਾਰਨ ਦੱਸਿਆ। ਹੇਠ ਲਿਖੇ ਕਾਰਨਾਂ ਵਿੱਚੋਂ ਸਹੀ ਕਾਰਨ ਦੀ ਚੋਣ ਕਰੋ। ਤਾਂ ਸੁਖਦੀਪ ਕਿਉਂ ਬਿਮਾਰ ਹੋਇਆ, ਆਓ ਦੇਖਦੇ ਹਾਂ ਡਾਕਟਰ ਨੇ ਕਿਹੜਾ ਕਾਰਨ ਦਿੱਤਾ ਹੋਏਗਾ ਇਹਨਾਂ ਕਾਰਨਾਂ ਵਿੱਚੋਂ। ਸਭ ਤੋਂ ਪਹਿਲਾਂ, ਘਰ ਵਿੱਚ ਕੁੱਤਾ ਰੱਖਣਾ ਇਹ ਕਾਰਨ ਹੋ ਸਕਦਾ ਬਿਮਾਰ ਹੋਣ ਦਾ? ਜੀ ਨਹੀਂ। ਕੁੱਤੇ ਨਾਲ ਖੇਡਣਾ ਇਹ ਵੀ ਨਹੀਂ। ਕੁੱਤੇ ਨਾਲ ਖੇਡਣ ਤੋਂ ਬਾਅਦ ਹੱਥ ਨਾ ਧੋਣਾ ਇਹ ਕਾਰਨ ਹੋ ਸਕਦਾ ਹੈ। ਤੇ ਚੌਥਾ, ਇਹਨਾਂ ਵਿੱਚੋਂ ਕੋਈ ਵੀ ਨਹੀਂ, ਬਿਲਕੁਲ ਨਹੀਂ ਜੀ। ਕੁੱਤੇ ਨਾਲ ਖੇਡਣ ਤੋਂ ਬਾਅਦ ਜਦ ਤੁਸੀਂ ਹੱਥ ਨਹੀਂ ਧੋਵੋਗੇ ਉਹ ਬਿਮਾਰ ਹੋਣ ਦਾ ਇੱਕ ਕਾਰਨ ਹੋ ਸਕਦਾ ਹੈ। ਅੱਗੇ ਹੈ, ਆਓ ਸਮਝ ਪਰਖੀਏ। ਪਹਿਲਾ ਪ੍ਰਸ਼ਨ, ਕੀਟਾਣੂ ਕਿਵੇਂ ਫੈਲਦੇ ਹਨ? ਊੜਾ, ਛੂਣ ਨਾਲ, ਖੰਘਣ ਜਾਂ ਛਿੱਕਣ ਨਾਲ, ਹਵਾ ਨਾਲ ਜਾਂ ਇਹਨਾਂ ਸਾਰਿਆਂ ਨਾਲ?
ਕੀਟਾਣੂ ਹੈ ਨਾ ਸਾਰਿਆਂ ਨਾਲ ਫੈਲਦੇ ਨੇ। ਦੂਜਾ, ਕੀਟਾਣੂਆਂ ਤੋਂ ਬਚਣ ਲਈ ਮੁੱਢਲਾ ਇਲਾਜ ਕੀ ਹੈ? ਬਾਹਰ ਨਾ ਜਾਣਾ, ਨੱਕ ਢੱਕ ਕੇ ਰੱਖਣਾ, ਕਿਸੇ ਦੇ ਨੇੜੇ ਨਾ ਜਾਣਾ ਜਾਂ ਸਵੱਛਤਾ। ਕੀਟਾਣੂਆਂ ਤੋਂ ਬਚਣ ਲਈ ਤੇ ਕੀਟਾਣੂਆਂ ਤੋਂ ਦੂਰ ਰਹਿਣ ਲਈ ਸਭ ਤੋਂ ਜ਼ਰੂਰੀ ਇਲਾਜ ਇਹ ਹੈ ਵੀ ਆਪਾਂ ਸਾਫ਼ ਸਫਾਈ ਰੱਖੀਏ, ਸਵੱਛਤਾ। ਤੀਜਾ, ਇਹਨਾਂ ਵਿੱਚੋਂ ਕਿਹੜੀ ਬਿਮਾਰੀ ਕੀਟਾਣੂਆਂ ਨਾਲ ਨਹੀਂ ਹੁੰਦੀ? ਪਹਿਲੀ, ਡਾਇਰੀਆ, ਜ਼ੁਕਾਮ, ਅੰਧਰਾਤਾ ਜਾਂ ਟੀਵੀ। ਅੰਧਰਾਤਾ ਮਤਲਬ ਰਾਤ ਨੂੰ ਹਨੇਰਾ ਹੋਣ ਤੇ ਤੁਹਾਨੂੰ ਨਹੀਂ ਦਿਸਦਾ, ਇਹਦਾ ਕਾਰਨ ਆਏਗਾ ਅੰਧਰਾਤਾ। ਅੱਗੇ ਚੱਲਦੇ ਹਾਂ। ਚੌਥਾ ਪ੍ਰਸ਼ਨ, ਕੀਟਾਣੂ ਕਿੱਥੇ ਰਹਿੰਦੇ ਹਨ? ਹਵਾ ਵਿੱਚ, ਪਾਣੀ ਵਿੱਚ, ਮਿੱਟੀ ਵਿੱਚ ਜਾਂ ਹਰ ਥਾਂ? ਕੀਟਾਣੂ ਤਾਂ ਜੀ ਹਰ ਥਾਂ ਮਿਲਦੇ ਨੇ ਤੁਹਾਨੂੰ, ਹਰ ਥਾਂ ਰਹਿੰਦੇ ਨੇ। ਐੜਾ, ਹਵਾ, ਪਾਣੀ, ਭੋਜਨ ਅਤੇ ਸਿਹਤ। ਆਓ ਗੱਲ ਕਰਦੇ ਹਾਂ ਹਵਾ, ਪਾਣੀ, ਭੋਜਨ ਅਤੇ ਸਿਹਤ ਦੇ ਬਾਰੇ। ਕੀ ਹੋਇਆ ਇਹਨਾਂ ਨੂੰ? ਇਹ ਹੈਗੀ ਹੈ ਕਹਾਣੀ। ਇੱਕ ਦਿਨ ਹਵਾ ਅਤੇ ਪਾਣੀ ਆਪਸ ਵਿੱਚ ਦੁੱਖ ਸੁੱਖ ਕਰਨ ਲੱਗੇ। ਹਵਾ ਤੇ ਪਾਣੀ ਗੱਲਬਾਤ ਕਰਨ ਲੱਗੇ। ਹਵਾ ਆਖਣ ਲੱਗੀ, ਪਾਣੀ ਵੀਰੇ ਕੀ ਗੱਲ ਹੈ, ਇੰਨਾ ਉਦਾਸ ਕਿਉਂ ਦਿਖ ਰਿਹਾ ਹੈ? ਤੇ ਹਵਾ ਨੇ ਪਾਣੀ ਨੂੰ ਆਖਿਆ ਵੀ ਕੀ ਹੋ ਗਿਆ ਵੀਰੇ, ਇੰਨਾ ਉਦਾਸ ਕਿਉਂ ਹੈ ਤੂੰ? ਕੋਈ ਗੱਲ ਹੋਈ, ਪਰੇਸ਼ਾਨੀ ਹੈ ਕੋਈ? ਪਾਣੀ ਚੁੱਪ ਰਿਹਾ, ਜਿਵੇਂ ਦੁੱਖ ਸਾਂਝਾ ਕਰਨ ਲਈ ਸ਼ਬਦ ਨਾ ਮਿਲ ਰਹੇ ਹੋਣ। ਪਾਣੀ ਤਾਂ ਚੁੱਪ ਰਿਹਾ, ਕੁਝ ਬੋਲਿਆ ਹੀ ਨਹੀਂ। ਕੋਲ ਹੀ ਪਲੇਟ ਵਿੱਚ ਪਿਆ ਭੋਜਨ ਬੋਲਿਆ। ਕੀ ਕਰੇ ਵਿਚਾਰਾ, ਉਸਦਾ ਦੁੱਖ ਵੱਡਾ ਹੈ। ਮਨੁੱਖ ਨੇ ਇਸ ਨੂੰ ਗੰਦਗੀ ਅਤੇ ਰਸਾਇਣਾਂ ਨਾਲ ਮੈਲਾ ਅਤੇ ਜ਼ਹਿਰੀਲਾ ਕਰ ਦਿੱਤਾ ਹੈ। ਪਾਣੀ ਤਾਂ ਬੋਲਿਆ ਨਹੀਂ, ਪਰ ਕੋਲ ਹੀ ਪਿਆ ਖਾਣਾ ਭੋਜਨ ਬੋਲ ਪਿਆ ਵੀ ਕੀ ਕਰੇ ਵਿਚਾਰਾ, ਇਹਦੀ ਕੀ ਗਲਤੀ ਹੈ? ਇਨਸਾਨਾਂ ਨੇ ਇਹ ਪਹਿਲਾਂ ਇੰਨਾ ਸ਼ੁੱਧ ਹੁੰਦਾ ਸੀ, ਪਰ ਹੁਣ ਇਹਦਾ ਇਸਤੇਮਾਲ ਕਰਕੇ ਇਹਨੂੰ ਬਹੁਤ ਮੈਲਾ ਤੇ ਖਰਾਬ ਕਰਤਾ, ਜ਼ਹਿਰੀਲਾ ਬਣਾਤਾ। ਸੱਚਮੁੱਚ ਹਵਾ ਭੈਣੇ, ਮੈਂ ਤਾਂ ਆਪਣੇ ਗੁਣ ਹੀ ਗਵਾ ਬੈਠਾ ਹਾਂ। ਤਾਂ ਪਾਣੀ ਬੋਲਦਾ ਹੈ, ਭੈਣੇ ਮੈਂ ਸੱਚੀ ਆਪਣੇ ਗੁਣ ਗਵਾ ਬੈਠਾ। ਕਿੰਨਾ ਪਾਕ ਤੇ ਪਵਿੱਤਰ ਸਾਂ ਮੈਂ, ਠੰਡਾ ਤੇ ਮਿੱਠਾ ਵੀ। ਯਾਦ ਕਰੋ ਕਿੰਨਾ ਵਿਸ਼ਾਲ ਸਰੀਰ ਸੀ ਮੇਰਾ। ਵਿਅਰਥ ਵਹਾਅ ਕਾਰਨ ਕਿੰਨਾ ਸੁੰਗੜ ਗਿਆ ਹਾਂ ਵੀ ਲੋਕ ਐਵੇਂ ਇਸਤੇਮਾਲ ਕਰਦੇ ਰਹਿੰਦੇ ਨੇ, ਬਰਬਾਦ ਕਰਦੇ ਰਹਿੰਦੇ ਨੇ। ਮੇਰਾ ਸਰੀਰ ਹੁਣ ਘੱਟ ਹੋ ਗਿਆ, ਸੁੰਗੜ ਗਿਆ। ਹਵਾ ਨੇ ਕਿਹਾ, ਮੇਰੀ ਹਾਲਤ ਵੀ ਤੇਰੇ ਜਿਹੀ ਹੀ ਹੈ। ਅਣਗਿਣਤ ਵਾਹਨਾਂ ਅਤੇ ਫੈਕਟਰੀਆਂ ਦੇ ਗੰਦੇ ਧੂਏ ਕਾਰਨ ਮੇਰੀ ਸ਼ੁੱਧਤਾ ਵੀ ਖਤਮ ਹੋ ਗਈ ਹੈ। ਮੈਨੂੰ ਤਾਂ ਇਸ ਸੋਚ ਨੇ ਤੰਗ ਕੀਤਾ ਹੋਇਆ ਕਿ ਮਨੁੱਖ ਦਾ ਕੀ ਬਣੂ। ਤੇ ਹਵਾ ਕਹਿੰਦੀ, ਪਾਣੀ ਵੀਰੇ ਤੂੰ ਆਪਣਾ ਛੱਡ, ਮੇਰਾ ਵੀ ਆਹੀ ਹਾਲ ਹੈ। ਇੰਨੀ ਜ਼ਹਿਰੀਲੀ ਹਵਾ, ਫੈਕਟਰੀਆਂ ਦੀ ਇੰਨੇ ਗੰਦੇ ਧੂਏ, ਵਾਹਨਾਂ ਦੇ ਧੂਏ ਮੈਨੂੰ ਤਾਂ ਬਹੁਤ ਹੀ ਗੰਦਾ ਕਰਤਾ, ਮਾੜਾ ਹਾਲ ਕਰਤਾ ਮੇਰਾ ਵੀ। ਮੈਨੂੰ ਤਾਂ ਇਹ ਸੋਚ ਕੇ ਡਰ ਲੱਗਦਾ ਵੀ ਇਨਸਾਨਾਂ ਦਾ ਕੀ ਬਣੂ ਹੁਣ। ਕਿੰਨੀ ਕੁ ਦੇਰ ਮੈਂ ਇਸ ਦੇ ਫੇਫੜਿਆਂ ਵਿੱਚ ਤਾਜ਼ਗੀ ਭਰ ਸਕਾਂਗੀ? ਮੇਰੇ ਵਿੱਚ ਵੀ ਮਨੁੱਖੀ ਸਾਹ ਚਲਾਉਣ ਵਾਲਾ ਤੱਤ ਪਹਿਲਾਂ ਨਾਲੋਂ ਬਹੁਤ ਘਟ ਗਿਆ ਹੈ। ਸਹੀ ਗੱਲ ਹੈ ਹਵਾ ਭੈਣ, ਭੋਜਨ ਕਹਿਣ ਲੱਗਾ, ਮੇਰੀ ਵੀ ਹਾਲਤ ਕੋਈ ਬਹੁਤੀ ਵਧੀਆ ਨਹੀਂ। ਪਾਣੀ ਦੇ ਜ਼ਹਿਰੀਲਾਪਨ ਅਤੇ ਕੀਟਨਾਸ਼ਕ ਕਾਰਨ ਮੇਰਾ ਸਵਾਦ ਅਤੇ ਪੋਸ਼ਕ ਤੱਤ ਵੀ ਖਤਮ ਹੋ ਗਏ ਹਨ। ਮੈਨੂੰ ਤਾਂ ਇਹ ਫਿਕਰ ਲੱਗਾ ਹੋਇਆ ਹੈ ਕਿ ਮਨੁੱਖ ਮੈਨੂੰ ਖਾ ਕੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਪਤਾ ਨਹੀਂ ਮਨੁੱਖ ਨੂੰ ਸੋਝੀ ਕਿਉਂ ਨਹੀਂ ਆ ਰਹੀ। ਸਾਡੇ ਪ੍ਰਤੀ ਵਰਤੀ ਜਾ ਰਹੀ ਅਣਗਹਿਲੀ ਅਤੇ ਲਾਲਚੀ ਸੋਚ ਦਾ ਰੂਪ ਆਪ ਹੀ ਸ਼ਿਕਾਰ ਹੋ ਰਿਹਾ ਹੈ। ਭੁੱਲ ਗਿਆ ਹੈ ਕਿ ਸਿਹਤ ਹੀ ਸਰਮਾਇਆ ਹੈ। ਤਾਂ ਇੱਥੇ ਹਵਾ ਦੱਸਦੀ ਹੈ ਵੀ ਮੇਰੇ ਚ ਜਿਹੜੀ ਫੇਫੜਿਆਂ ਤੱਕ ਪਹੁੰਚਾਉਣ ਵਾਲੇ ਤੱਤ ਹੈਗੇ ਨੇ ਉਹ ਖਤਮ ਹੁੰਦੇ ਜਾ ਰਹੇ ਨੇ। ਇੰਨਾ ਪ੍ਰਦੂਸ਼ਣ ਹੈਗਾ ਹੈ ਤੇ ਮਨੁੱਖੀ ਸਾਹ ਮੈਂ ਕਦ ਤੱਕ ਚਲਾ ਸਕਦੀ ਹਾਂ? ਤਾਂ ਭੋਜਨ ਉੱਥੇ ਪਿਆ ਪਿਆ ਦੱਸਦਾ ਹੈ ਵੀ ਭੈਣੇ ਮੇਰੀ ਵੀ ਇਹੀ ਹਾਲਤ ਹੈ। ਤੂੰ ਬਿਲਕੁਲ ਸਹੀ ਕਹਿ ਰਹੀ ਹੈ, ਮੇਰੀ ਹਾਲਤ ਵੀ ਬਹੁਤੇ ਵਧੀਆ ਨਹੀਂ ਹੈ। ਪਾਣੀ ਦੇ ਜ਼ਹਿਰੀਲੇਪਨ ਤੇ ਜਿਹੜੇ ਕੀਟਨਾਸ਼ਕ ਮੇਰੇ ਤੇ ਸਿੱਟਦੇ ਨੇ, ਇਹਦੇ ਕਰਕੇ ਮੇਰਾ ਤਾਂ ਸਵਾਦ ਹੀ ਖਤਮ ਹੁੰਦਾ ਜਾ ਰਿਹਾ। ਜਿੰਨੇ ਪੋਸ਼ਕ ਤੱਤ ਸੀ ਉਹ ਵੀ ਖਤਮ ਹੁੰਦੇ ਜਾ ਰਹੇ। ਮੈਨੂੰ ਤਾਂ ਇਹ ਫਿਕਰ ਲੱਗ ਰਿਹਾ ਵੀ ਮੈਨੂੰ ਖਾ ਕੇ
इंसान भयानक बीमारियां का शिकार हो रहा है। पता नहीं मनुख नूं अकल कद आएगी, सूझी कद आएगी। साडे प्रति जो ओदा व्यवहार है, अणगहली है, लालच है, ओदा वो आप शिकार हुंदा जा रहा है। सानू तो खत्म कर ही रहे, सानू तो बर्बाद कर ही रहे, नाल दी नाल अपने आप नूं भी नुकसान कर रहे। इत्थे लिखिया पहली क्रिया कहानी दा रोल प्ले। ये जिहड़ी कहानी है, क्लास विच एक बच्चा बन जाएगा पानी, एक बन जाएगा खाना ते एक बन जाएगा हवा, फिर अपने अपने सारे डायलॉग बोलेंगे। ठीक है बच्चों, आगे लिखी है दूजी क्रिया, हवा पानी अते भोजन अपनी विगड़ी हुई हालत कारण बहुत परेशान हैं। तो इत्थे असीं लिखना है हवा पानी ते भोजन दी विगड़ी हुई हालत, ते उहनूं आपां किद्दां सुधार सकदे हां, आपां ओह लिखांगे। हवा लई सब तो पहला आपां कर सकदे हां, जंगलां विच जिहड़ी अग लग रही है उहनूं घटाओ। जंगल अग घटाओ। दूजा, रीसाइकल बार बार इस्तेमाल करो, या फिर मुड़ वरतो। तीजा, जनतक आवाजाई दी वरतो। पब्लिक ट्रांसपोर्ट जिन्हों कहने आ बसां, ओहदी वरतो कीती जाए तो प्रदूषण घट सकता है। चौथा, वध तो वध रुख लगाओ। पंजवां, पटाकियां नूं ना कहो। अगला है पानी। पहला आपां कह सकते हैं प्लास्टिक ना वरतो या प्लास्टिक नूं ना कहो। दूजा, रसायना दी वरतो ना करो, जिहदे नाल पानी खराब हो जाता है, प्रदूषित हो जाता है। तीजा, पानी बर्बाद ना करो। ते चौथा, दवाइयां नूं पानी विच ना सुट्टो, ओहदे नाल पानी विच रहन वाले जीव मर जाते ने, उन्हां दी जान नूं खतरा हुंदा है। अगला हैगा भोजन। पहला, नीम दे पत्ते दी वरतो करो। दूजा, रसायना दी वरतो ना करो। तीजा, कीटनाशक कीटनाशकां दी वरतो ना करो। ते चौथा, आपां ये भी कह सकते हैं भी कीटनाशक दी थां लूण दे स्प्रे दी वरतो करो या नीम दे पत्तियां दी वरतो करो। लूण स्प्रे दी वरतो करो। आगे चलते हैं तीजी क्रिया, आओ तैयार करिए।
हवा ते पानी दे प्रदूषण संबंधित जागरूकता रैली कढण लई बैनर अते स्लोगन ਇੱਥੇ ਲਿਖ ਦਿੰਦੇ ਆ ਥੋੜੇ ਜਿਹੇ ਸਲੋਗਨ ਤੁਸੀਂ ਇਹਨਾਂ ਦੀ ਵਰਤੋਂ ਕਰ ਸਕਦੇ ਹੋ। ਸਭ ਤੋਂ ਪਹਿਲਾਂ ਪ੍ਰਦੂਸ਼ਣ ਘਟਾਓ, ਜੀਵਨ बचाओ। दूजा शुद्ध हवा दी जरूरत है क्योंकि जिंदगी बड़ी खूबसूरत है। तीजा आओ मिलके कसम खाइए प्रदूषण मुक्त देश बनाइए। ते अगला लिख सकते हैं साडी सारियां दी एक जिम्मेवारी ओ की है प्रदूषण मुक्त दुनिया सारी साडी सारियां दी आही जिम्मेदारी हैगी है भी प्रदूषण मुक्त हो जाए सारी दी सारी दुनिया। ते जे तुहानू एक होर चाहिदा है तां मैं ओह इत्थे लिख दिंदी आ पंजवां जीव जगत दी चाहुंदे हो रखिया वातावरण दी करो सुरक्षा। ठीक है बच्चों, हुण आपां वधदे हां अगे। ਇਹ ਦੱਸੋ कहानी ਦੇ आधार ਤੇ ਦੱਸੋ कि भोजन ਦੀ ਵਿਗੜੀ ਹੋਈ ਹਾਲਤ ਕਾਰਨ ਉਸ ਵਿੱਚ ਕੀ ਵੱਧ ਗਿਆ ਹੈ ਅਤੇ ਕੀ ਘਟ ਗਿਆ ਹੈ। ਹੁਣੀ ਆਪਾਂ ਪੜਿਆ ਸੀ ਨਾ ਭੋਜਨ ਵਿੱਚ ਕੀ ਵੱਧ ਗਿਆ ਤੇ ਕੀ ਘਟ ਗਿਆ, ਉਹ ਆਪਾਂ ਲਿਖਾਂਗੇ। ਇੱਥੇ ਲਿਖਣਾ ਹੈ ਜੋ ਘਟ ਗਿਆ, ਇੱਥੇ ਲਿਖਣਾ ਹੈ ਜੋ ਵੱਧ ਗਿਆ। ਇਧਰਲੇ ਪਾਸੇ ਲਿਖਾਂਗੇ ਜੋ ਘਟ ਗਿਆ। सब तो पहला पौष्टिक तत्व, दूजा स्वाद भी घट गया, तीजा शुद्धता, हुण खाण पीण दीयां चीजां शुद्ध नहीं रहियां ते इत्थे जो वध गया वो लिख दिंदे आ। सब तो पहला जहरीलापन, दूजा रसायना दी वरतों, तीजा कीटनाशक दी वरतों। अगे लिखिया हवा प्रदूषण नूं घट करन लई वाहनां दी वरतों तरजीह दा किहड़ा विकल्प सही है अते क्यों। चलो हुण असीं दसना है भी जे हवा विच प्रदूषण नूं घट करना है तां सानूं की कदम चुकने पैणगे। सब तो पहला ये बहुत जरूरी है भी आपां पैदल चलीए।
जे थोड़ी दूरी जाना है तो पैदल चलिया जा सकता है, जे थोड़ी होर दूर जाना है फिर आपां साइकिल का इस्तेमाल कर सकते हैं। जे किलोमीटर विच रस्ता पार करना है तो बाइक भी लैके जा सकते हैं। उस तो बाद असी आ देखो बसां विच भी जा सकते हैं एक थां तो दूजी थां, ते जे ਉਹ ਵੀ ਨਹੀਂ ਕੰਮ ਸਰਦਾ ਸਾਡਾ ਫਿਰ ਉਸ ਤੋਂ ਬਾਅਦ ਗੱਡੀ ਲੈ ਕੇ ਜੇ ਇੱਕ ਮੁਹੱਲੇ ਦੇ 5 ਲੋਕਾਂ ਨੇ ਇੱਕੋ ਥਾਂ ਜਾਣਾ ਹੈ ਤਾਂ ਸਾਰੇ ਇੱਕੋ ਗੱਡੀ ਵਿੱਚ ਬੈ ਕੇ ਜਾ ਸਕਦੇ ਨੇ, ਜਿਹਦੇ ਨਾਲ ਪੈਸੇ ਦੀ ਵੀ ਬਚਤ ਹੋਏਗੀ ਤੇ ਨਾਲ ਦੀ ਨਾਲ ਹਵਾ ਵੀ ਪ੍ਰਦੂਸ਼ਿਤ ਨਹੀਂ ਹੋਏਗੀ। ਠੀਕ ਹੈ ਬੱਚਿਓ, ਅੱਗੇ ਚੱਲਦੇ ਹਾਂ। आओ समझ परखिए पहला प्रश्न, मनुख की सेहत ते किस दे गंदे होण दा मारू प्रभाव पैंदा है? हवा, पानी, भोजन या इन्हां सारियां दा? इन्हां सारियां दे गंदे होण दा गंदा प्रभाव मारा प्रभाव पैंदा है। दूजा, जहरीली हवा नाल किस चीज दा नुकसान हुंदा है? भोजन तत्तां दा, फेफड़ियां दा, फैक्ट्रियां दा, पानी दा या फिर सफाई दा? सब तो ज्यादा जहरीली हवा होने दा असर फेफड़ियां ते पैंदा है। ठीक है बच्चों, अगे हैगा सफाई। आओ देखते हैं की गल्लां हैगियां सफाई दे विच ध्यान रखण वालियां। सफाई, जे आपां अपने आले दुआले दी सफाई रखनी है तां सब तो पहला आंदा है गली मुहल्ला ते नाल दी नाल बगीचा। गली मुहल्ले विच चिक्कड़ नहीं होना चाहिए, कूड़ा नहीं होना चाहिए, घाह फूस बगीचे विच भी नहीं होना चाहिए इधर उधर पिया, ते इनू साफ करके रखना चाहिए है। ये हो गया गली मुहल्ला। उस तो बाद गल करते हैं स्कूल दी। स्कूल दे विच सब तो पहला आ जाता है पखाने की सफाई, पानी छड़ना, बाथरूम जाके फिनैल नाल धोना वो भी जरूरी है। फिर हो गई लाइब्रेरी, दरिया की सफाई, बेंच की सफाई, किताबां की सफाई होनी चाहिए है। दफ्तर विच कुर्सियां दी, मेज दी, रजिस्टरां दी सफाई, धूड़ मिट्टी नहीं होनी चाहिए। ग्राउंड विच घाह फूस की सफाई होनी चाहिए है, कूड़ा पत्थर इधर उधर नहीं होना चाहिए। कमरे विच जिहड़े साडे क्लासरूम हैगे ने, बेंच दा रख रखाव ठीक होना चाहिए, सही थां नाल ते सही थां ते बेंच पए होने चाहिए ने। चौक डस्टर की भी सफाई होनी चाहिए है। कागज पेंसिल ते छिलके ये इधर उधर नहीं पे होने चाहिए, इन्हों साफ करके सही थां ते कूड़ेदान विच सिटना चाहिए है। उस तो बाद निजी सफाई, जिहदा मतलब अपने आप की सफाई। शरीर की सफाई होनी चाहिए है, वाल धोने चाहिए ने, कंघी करनी चाहिए है, हाथ साबण नाल धोने चाहिए ने, नौ कटने चाहिए ने, पैरां दे भी नौ कटने चाहिए ने। फिर उस तो बाद चेहरे की सफाई लई अखां की सफाई, नक की सफाई पानी दे नाल करनी चाहिए है। चेहरे की सफाई विच होर आ जाता है कन्ना की सफाई, जिहड़ी कि ईयरबड दे नाल हो सकती है। एक डगे दे उत्ते कॉटन लगी हुंदी है, उहदे नाल सफाई हो जाती है। उस तो बाद साफ कपड़े पाने चाहिए ने। कपड़ियां की सफाई विच पहनण वाले कपड़े साफ होने चाहिए ने ते नाल दी नाल बिस्तरे की भी सफाई होनी चाहिए है। घर की सफाई विच आ जाता है रसोई की सफाई, बर्तन चीजां दा रख रखाव, कमरे की सफाई, रसोई विच चूल्हा ते गैस की सफाई, बाथरूम विच सुक्का पिया होना चाहिए बाथरूम, ताकि कोई फिसल ना जाए ते गिले विच कीड़े मकोड़े ना आ जान। पखाने विच फिनैल की वरतों होनी चाहिए है ते टॉयलेट सीट भी साफ रखनी चाहिए है। और जनतक स्थावां की सफाई जिवें कि सड़क दी, पार्क दी, बस अड्डा, रेलवे स्टेशन, मार्केट, हस्पताल, इन्हां थावां ते पखाने की सफाई भी होनी चाहिए है ते नाल दी नाल कूड़ा करकट भी नहीं पिया होना चाहिए। सारियां चीजां साफ सुथरियां होनियां चाहिए ने। ठीक है बच्चों, अगे है अध्यापक लई दिते गए माइंड मैप अनुसार सफाई अते चंगी सेहत दे आपसी संबंध बारे समझ विकसित करन लई सफाई दे वख-वख खेतरां बारे बच्चियां नाल चर्चा करना अते बच्चियां नूं सफाई रखण लई उत्साहित करना। ये भी दसिया जाएगा भी कितना जरूरी है अपने आले दुआले सफाई रखना तां जो बीमारी ना फैले कीटाणुओं तो। अगे चलते हैं बच्चों, आ देखो इत्थे लिखिया होया है हाथ धोवे
ਬੇਫਿਕਰ ਹੋਵੇ। ਜੇ ਆਪਾਂ ਹੱਥ ਸਾਫ਼ ਰੱਖਾਂਗੇ ਤਾਂ ਬਿਮਾਰੀਆਂ ਤੋਂ ਵੀ ਦੂਰ ਰਵਾਂਗੇ, ਬੇਫਿਕਰ ਜੀਵਨ ਬਤੀਤ ਕਰਾਂਗੇ। ਸਫਾਈ ਦੇ ਨਿਯਮਾਂ ਨੂੰ ਅਪਣਾਉਣਾ। ਕਿਹੜੇ ਨੇ ਸਫਾਈ ਦੇ ਨਿਯਮ? ਸਭ ਤੋਂ ਪਹਿਲਾਂ ਹੱਥਾਂ ਨੂੰ ਲੈ ਕੇ ਹੈਗਾ। ਖਾਣਾ ਪਕਾਉਣ ਅਤੇ ਖਾਣ ਤੋਂ ਪਹਿਲਾਂ ਸਾਨੂੰ ਹੱਥ ਧੋਣੇ ਚਾਹੀਦੇ ਨੇ। ਨੱਕ ਸਾਫ਼ ਕਰਨ ਤੋਂ ਬਾਅਦ ਹੱਥ ਧੋਣੇ ਚਾਹੀਦੇ ਨੇ। ਪਖਾਨੇ ਜਾਣ ਤੋਂ ਬਾਅਦ ਹੱਥ ਧੋਣੇ ਚਾਹੀਦੇ ਨੇ। ਕੱਚੇ ਭੋਜਨ ਨੂੰ ਛੂਣ ਤੋਂ ਬਾਅਦ ਵੀ ਹੱਥ ਧੋਣੇ ਚਾਹੀਦੇ ਨੇ। ਇਹ ਬਹੁਤ ਜ਼ਰੂਰੀ ਹੈ ਵੀ ਕੱਚੇ ਭੋਜਨ ਨੂੰ ਧੋ ਕੇ ਹੀ ਪਕਾਇਆ ਜਾਏ, ਜਾਂ ਫਿਰ ਕੱਚੇ ਫਲ ਜਿਹੜੇ ਹੈਗੇ ਨੇ ਜਦ ਤੁਸੀਂ ਲੈ ਕੇ ਆਉਂਦੇ ਹੋ ਦੁਕਾਨੋਂ, ਉਹਨਾਂ ਨੂੰ ਸਾਫ਼ ਕਰਕੇ ਪਾਣੀ ਨਾਲ ਫੇਰ ਹੀ ਖਾਇਆ ਜਾਏ। ਅੱਗੇ ਲਿਖਿਆ ਹੋਇਆ ਬੱਚਿਓ ਕਿਰਿਆ। ਪਹਿਲੀ, ਖਾਲੀ ਥਾਵਾਂ ਭਰੋ। ਦੰਦ ਖਰਾਬ ਹੋਣ ਦਾ ਕਾਰਨ। ਕੀ ਕਾਰਨ ਹੋ ਸਕਦਾ ਹੈ ਦੰਦ ਖਰਾਬ ਹੋਣ ਦਾ? ਸਭ ਤੋਂ ਪਹਿਲਾ ਕਾਰਨ ਹੈ ਜ਼ਿਆਦਾ ਮਿੱਠੀਆਂ ਚੀਜ਼ਾਂ ਦਾ ਸੇਵਨ। ਦੂਜਾ ਕਾਰਨ ਆਪਾਂ ਕਹਿ ਸਕਦੇ ਹਾਂ ਸਹੀ ਢੰਗ ਨਾਲ ਬਰਸ਼ ਨਾ ਕਰਨਾ। ਤੀਜਾ, ਜਰਦਾ, ਬੀੜੀ, ਗੁਟਕਾ ਜਿਹੀਆਂ ਚੀਜ਼ਾਂ ਖਾਣਾ, ਜਾਂ ਫਿਰ ਪਾਨ ਆਦਿ ਦਾ ਇਸਤੇਮਾਲ। ਤੇ ਚੌਥਾ ਕਾਰਨ ਹੈਗਾ ਹੈ ਕੋਲਡ ਡਰਿੰਕ, ਚਾਕਲੇਟ, ਫਾਸਟ ਫੂਡ, ਆਈਸਕ੍ਰੀਮਾਂ ਦਾ ਵੀ ਇਸਤੇਮਾਲ। ਅੱਗੇ ਚੱਲਦੇ ਹਾਂ। ਮਤਲਬ ਇਹਦਾ ਅਰਥ ਕੀ ਹੈ, ਆਪਾਂ ਕਿਉਂ ਕੀਤੀ ਹੈ ਕਿਰਿਆ? ਬੱਚਿਆਂ ਨੂੰ ਸਮਝਾਉਣਾ ਕਿ ਸਫਾਈ ਦੇ ਘੇਰੇ ਵਿੱਚ ਜਦੋਂ ਅਸੀਂ ਬਾਹਰ ਨਿਕਲਦੇ ਹਾਂ ਤਾਂ ਅਸੀਂ ਕੀਟਾਣੂਆਂ ਦੀ ਪਕੜ ਵਿੱਚ ਆ ਜਾਂਦੇ ਹਾਂ ਅਤੇ ਕੀਟਾਣੂ ਬਹੁਤ ਤੇਜ਼ੀ ਨਾਲ ਫੈਲਦੇ ਹਨ। ਜਦ ਅਸੀਂ ਸਫਾਈ ਦੇ ਘੇਰੇ ਵਿੱਚੋਂ ਬਾਹਰ ਨਿਕਲਾਂਗੇ ਤਾਂ ਇਹ ਤਾਂ ਪਤਾ ਹੀ ਹੈ ਵੀ ਸਾਨੂੰ ਕੀਟਾਣੂ ਲੜ ਜਾਣਗੇ ਤੇ ਉਹ ਸਾਨੂੰ ਨੁਕਸਾਨ ਵੀ ਕਰ ਸਕਦੇ ਨੇ। ਅਧਿਆਪਕ ਦੁਆਰਾ ਬੱਚਿਆਂ ਦੇ ਸਹਿਯੋਗ ਨਾਲ 2 ਫਲੈਸ਼ ਕਾਰਡ ਤਿਆਰ ਕਰਵਾਏ ਜਾਣ ਜਿਸ ਤੇ ਕੀਟਾਣੂ ਲਿਖਿਆ ਹੋਵੇ। ਇੰਜ ਕਰਕੇ 2 ਕਾਰਡ ਤਿਆਰ ਕਰਵਾਏ ਜਾਣਗੇ ਜਿਹਦੇ ਤੇ ਕੀਟਾਣੂ ਲਿਖਿਆ ਹੋਏਗਾ। ਅਧਿਆਪਕ ਜਮਾਤ ਦੇ ਸਾਰੇ ਬੱਚਿਆਂ ਨੂੰ ਮੈਦਾਨ ਵਿੱਚ ਲੈ ਕੇ ਜਾਵੇਗਾ ਤੇ ਮੈਦਾਨ ਵਿੱਚ ਇੱਕ ਚੱਕਰ ਬਣਾ ਕੇ ਉਸ ਵਿੱਚ ਸਫਾਈ ਲਿਖਿਆ ਹੋਵੇਗਾ ਤੇ ਅਧਿਆਪਕ ਬੱਚਿਆਂ ਨੂੰ ਲੈ ਕੇ ਜਾਣਗੇ ਗਰਾਊਂਡ ਦੇ ਵਿੱਚ, ਇੱਕ ਚੱਕਰ ਬਣਵਾਉਣਗੇ ਬਣਾ ਕੇ ਉਸ ਵਿੱਚ ਲਿਖਿਆ ਹੋਏਗਾ ਸਫਾਈ ਇੰਚ ਕਰਕੇ ਇਸ ਚੱਕਰ ਵਿੱਚ। ਠੀਕ ਹੈ ਬੱਚਿਓ। ਉਸ ਤੋਂ ਬਾਅਦ ਕੀ ਹੋਏਗਾ? ਪੂਰੀ ਜਮਾਤ ਵਿੱਚੋਂ 2 ਬੱਚੇ ਅਲੱਗ ਕੀਤੇ ਜਾਣਗੇ ਤੇ ਜਿਹੜੀ ਜਮਾਤ ਹੈਗੀ ਆ ਦੇਖੋ ਪੂਰੇ ਚੱਕਰ ਲਾ ਕੇ ਬੱਚੇ ਖੜੇ ਨੇ, 2 ਬੱਚੇ ਵੱਖ ਕੀਤੇ ਜਾਣਗੇ, ਅਲੱਗ ਕੀਤੇ ਜਾਣਗੇ। ਉਹਨਾਂ ਦੋਵਾਂ ਦੇ ਗਲ ਵਿੱਚ ਕੀਟਾਣੂ ਵਾਲਾ ਫਲੈਸ਼ ਕਾਰਡ ਪਾਇਆ ਜਾਏਗਾ। ਸਾਰੇ ਬੱਚੇ ਇੱਥੇ ਖੜੇ ਹੋਣਗੇ ਤੇ 2 ਬੱਚੇ ਵੱਖ ਖੜੇ ਹੋਣਗੇ। ਇੱਥੇ ਫਲੈਸ਼ ਕਾਰਡ ਪਾਇਆ ਹੋਗਾ ਉਹਨਾਂ ਨੇ ਆਪਣੇ ਗਲ ਦੇ ਵਿੱਚ। ਉਹ ਦੋਵੇਂ ਕੀਟਾਣੂ ਬਣਨਗੇ ਤੇ ਬਾਕੀ ਬੱਚੇ ਹੱਥ ਬਣਨਗੇ। ਇਹ ਸਾਰੇ ਹੱਥ ਬਣਨਗੇ ਜਿਹੜੇ ਚੱਕਰ ਵਿੱਚ ਖੜੇ ਹੋਣਗੇ ਸਫਾਈ ਦੇ ਚੱਕਰ ਦੇ ਆਲੇ ਦੁਆਲੇ, ਤੇ ਆ ਦੋਨੋਂ ਬਣਨਗੇ ਕੀਟਾਣੂ। ਹੱਥ ਬਣੇ ਬੱਚਿਆਂ ਨੂੰ ਸਫਾਈ ਵਾਲੇ ਚੱਕਰ ਵਿੱਚ ਖੜਾ ਕੀਤਾ ਜਾਵੇਗਾ ਤੇ ਖੇਡ ਸ਼ੁਰੂ ਹੋਣ ਤੇ ਹੱਥ ਬਣੇ ਬੱਚੇ ਸਫਾਈ ਦੇ ਚੱਕਰ ਵਿੱਚੋਂ ਨਿਕਲ ਕੇ ਭੱਜਣਗੇ ਤੇ ਫਿਰ ਅਧਿਆਪਕ ਕੀਟਾਣੂ ਬਣੇ ਬੱਚਿਆਂ ਨੂੰ ਹੱਥ ਫੜ ਕੇ ਦੌੜਨ ਅਤੇ ਹੱਥ ਬਣੇ ਬੱਚਿਆਂ ਨੂੰ ਫੜਨ ਲਈ
कहेगा आ दोनों बच्चे आ देखो एक दूजे का हाथ बन के आ जेडे बच्चे हाथ बड़े ने ते ओ आ चक्कर छड़ के इधर उधर भजे ने उन्हां पिछे भजन नूं कहणगे। आ देखो एक बच्चा इत्थे भज रहा ते आ दो कीटाणु बने बच्चे अपना एक दूजे का हाथ फड़ के उहदे पिछे पिछे दौड़ रहे ने क्योंकि वो सफाई के चक्कर तो बाहर चला गया। उस तो बाद ओह कीटाणु इस बच्चे नूं फड़ लैणगे, ओह भी उन्हां कीटाणुआं दे नाल हथ फड़ के दौड़ेगा। फिर ये बच्चे नूं जद दोनों फड़ लैणगे फिर ये बच्चा इन्हां दोनों दे हथ फड़ के दौड़ेगा। इस तरह कीटाणुआं दी संख्या वधदी जाएगी ते हत्थां दी घटदी जाएगी। इंज कर करके कीटाणुआं दी संख्या वधदी जाएगी क्योंकि बच्चे जे सफाई दा घेरा छड्डणगे तां कीटाणु हर पासे तो उन्हां नूं घेर लैणगे ते जिहड़ी सफाई दी संख्या है बच्चों की वो घट होंदी जाएगी। अंत विच सारे हथ फड़ हो जाएंगे ते अखीर विच सारे हथ जो कि साफ सीगे, जिहड़े बच्चे बिल्कुल साफ सी कीटाणु दे घेरे तो बाहर सी, वो भी फड़े जाएंगे ते कीटाणुआं दे घेरे विच आ जाएंगे। कीटाणु चक्कर तोड़ो, तो इसलिए कहा गया भी कीटाणुआं दा चक्कर तोड़ो, सफाई रखोगे तो कीटाणु दूर हो जाएंगे। ठीक है बच्चों, आगे दिता गया है किरिया 2, दूजी किरिया अपने घर स्कूल विच उन्हां स्थानां दी सूची बनाओ जिथे सफाई दी लोड़ है अते ढंग भी समझाओ। ये स्थान ने ते ये हैगा सुझाव भी किथे किथे सफाई होनी चाहिए है घर ते स्कूल दे विच। सब तो पहला पखाने दी गल करदे हां। टॉयलेट, उथे फिनाइल ते नाल दी नाल वरतों तो बाद पानी सुट्टो। दूजा लाइब्रेरी, लाइब्रेरी विच बेंच, बेंचां दी सफाई। कुर्सियां दी सफाई ते नाल दी नाल किताबां दी। तीजा क्लासरूम, उत्थे भी तुसी लिख सकते हो बेंच। डस्टबिन, कूड़ादान, चौक सही थां ते पए होने चाहिए ने। डस्टर साफ करके रखो। चौथा कमरा अपना वो भी साफ होना चाहिए। ते पंजवां आपां लिख सकते हैं वेड़ा, उथे झाड़ू दी वरतों करो। आगे चलते हैं। यह दसो, सवाल हैगा निजी सफाई विच की शामिल है। थोड़ी अपनी सफाई दे विच, इंसान दी सफाई दे विच की गल्लां आंदियां ने वो लिखनियां ने। ते आपां इत्थे लिख दिंदे हां निजी सफाई विच की शामिल हैगा। आपां लिखदे हां निजी सफाई विच शरीर दी सफाई ते नाल दी नाल चेहरे दी सफाई अते कपड़ियां दी सफाई शामिल है। सब तो पहला लिखते हैं शरीर की सफाई विच की आंदा है।
ਵਾਲਾਂ ਦੀ ਸਫਾਈ, ਹੱਥਾਂ ਅਤੇ ਪੈਰਾਂ ਦੀ ਸਫਾਈ। ਦੂਜੀ ਗੱਲ, ਚਿਹਰੇ ਦੀ ਸਫਾਈ। ਉਸ ਦੇ ਵਿੱਚ ਆਉਂਦੀਆਂ ਨੇ ਅੱਖਾਂ, ਨੱਕ ਅਤੇ ਕੰਨਾਂ ਦੀ ਸਫਾਈ। ਤੇ ਤੀਜਾ, ਕੱਪੜਿਆਂ ਦੀ ਸਫਾਈ, ਜਿਸ ਵਿੱਚ ਸ਼ਾਮਲ ਹੈ ਪਹਿਨਣ ਵਾਲੇ ਜਾਂ ਪਾਉਣ ਵਾਲੇ ਕੱਪੜੇ ਅਤੇ ਬਿਸਤਰਿਆਂ ਦੀ ਸਫਾਈ। ਅੱਗੇ ਚੱਲਦੇ ਹਾਂ। ਇੱਥੇ ਕਿਹਾ ਗਿਆ ਮੈਂ ਸਫਾਈ ਹਾਂ। ਮੈਂ ਹਰ ਥਾਂ ਰਹਿਣਾ ਚਾਹੁੰਦੀ ਹਾਂ, ਪਰ ਮੈਂ ਉੱਥੇ ਹੀ ਰਹਾਂਗੀ ਜਿੱਥੇ ਤੁਸੀਂ ਮੈਨੂੰ ਰੱਖਣਾ ਚਾਹੋਗੇ। ਤੁਸੀਂ ਮੈਨੂੰ ਕਿਹੜੇ-ਕਿਹੜੇ ਥਾਵਾਂ ਤੇ ਰੱਖਣਾ ਚਾਹੋਗੇ ਤੇ ਦੱਸੋ ਇਹਨਾਂ ਥਾਵਾਂ ਵਿੱਚੋਂ ਮੈਂ ਕਿੱਥੇ ਹਾਂ ਤੇ ਕਿੱਥੇ ਨਹੀਂ ਹਾਂ। ਹੁਣ ਇਹ ਹੈਗੀ ਹੈ ਸਫਾਈ। ਇਹ ਹਰ ਥਾਂ ਰਹਿਣਾ ਚਾਹੁੰਦੀ ਹੈ ਤੇ ਇਹ ਹੁਣ ਇਹ ਪੁੱਛਦੀ ਹੈ ਵੀ ਹੁਣ ਤੁਸੀਂ ਦੱਸੋ ਵੀ ਤੁਸੀਂ ਮੈਨੂੰ ਕਿੱਥੇ-ਕਿੱਥੇ ਰੱਖਣਾ ਚਾਹੁੰਦੇ ਹੋ ਤੇ ਕਿੱਥੇ-ਕਿੱਥੇ ਮੈਂ ਹੈਗੀ ਆ। ਤਾਂ ਉਹ ਦੱਸਦੇ ਆ ਕਿਹੜੇ-ਕਿਹੜੇ ਸਥਾਨ ਤੇ ਆਪਾਂ ਸਫਾਈ ਰੱਖਣਾ ਚਾਹੁੰਦੇ ਆ ਵੀ ਕਿਹੜੇ-ਕਿਹੜੇ ਸਥਾਨ ਤੇ ਇਹ ਹੈਗੀ ਹੈ ਜਾਂ ਨਹੀਂ ਹੈਗੀ ਹੈ। ਸਭ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹਾਂਗੀ ਪਾਰਕ ਦੀ। ਸਾਡੇ ਪਾਰਕ ਵਿੱਚ ਤਾਂ ਸਫਾਈ ਹੈਗੀ ਹੈ। ਦੂਜੀ ਹੈ ਘਰ, ਘਰ ਵਿੱਚ ਵੀ ਸਫਾਈ ਹੈ। ਤੀਜਾ ਰਸੋਈ ਘਰ, ਤੁਹਾਡੇ ਹੈਗੀ ਹੈ ਸਫਾਈ, ਅਸੀਂ ਤਾਂ ਰੱਖਦੇ ਆ। ਚੌਥਾ ਆਲਾ ਦੁਆਲਾ, ਉੱਥੇ ਵੀ ਹੈਗੀ ਹੈ। ਪੰਜਵੀਂ ਖੇਡ ਦਾ ਮੈਦਾਨ, ਉੱਥੇ ਵੀ ਹੈਗੀ ਹੈ। ਛੇਵਾਂ ਸਕੂਲ, ਉੱਥੇ ਵੀ ਹੈਗੀ ਹੈ। ਤੇ ਸੱਤਵਾਂ ਪਖਾਨੇ ਵਿੱਚ ਬਿਲਕੁਲ ਹੈਗੀ ਹੈ ਜੀ, ਉੱਥੇ ਵੀ ਸਫਾਈ ਹੈ ਹੀ ਹੈ। ਅੱਗੇ ਚੱਲਦੇ ਹਾਂ। ਗਲਤ ਜਾਂ ਸਹੀ ਚੁਣੋ। ਪਹਿਲਾ, ਸਫਾਈ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਗਲਤ ਜੀ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਦੂਜਾ, ਸਫਾਈ ਕਰਨ ਨਾਲੋਂ ਸਫਾਈ ਰੱਖਣਾ ਸੌਖਾ ਹੈ। ਬਿਲਕੁਲ ਨਹੀਂ, ਸਫਾਈ ਕਰਨਾ ਵੀ ਬਿਲਕੁਲ ਸੌਖਾ ਹੈ। ਤੀਜਾ, ਸਫਾਈ ਰੱਖਣ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ। ਬਿਲਕੁਲ ਜੀ, ਆਲਾ ਦੁਆਲਾ ਸਾਫ਼ ਹੋਏਗਾ, ਕੀਟਾਣੂ ਮੱਛਰ ਨਹੀਂ ਆਣਗੇ ਤੇ ਆਪਾਂ ਤੰਦਰੁਸਤ ਰਹਾਂਗੇ। ਅੱਗੇ ਹੈ ਆਓ ਸਮਝ ਪਰਖੀਏ। ਪਹਿਲਾ ਸਵਾਲ ਹੈਗਾ ਹੈ ਸਫਾਈ ਦੀ ਸ਼ੁਰੂਆਤ ਕਿੱਥੋਂ ਕਰਨੀ ਚਾਹੀਦੀ ਹੈ? ਆਪਣੇ ਘਰ ਤੋਂ, ਆਪਣੇ ਆਲੇ ਦੁਆਲੇ ਤੋਂ, ਆਪਣੇ ਆਪ ਤੋਂ ਜਾਂ ਆਪਣੇ ਗੁਆਂਢ ਤੋਂ। ਸਫਾਈ ਦੀ ਸ਼ੁਰੂਆਤ ਹਮੇਸ਼ਾ ਆਪਣੇ ਆਪ ਤੋਂ ਕਰੋ, ਆਪਣੇ ਆਪ ਨੂੰ ਸਾਫ਼ ਰੱਖੋ। ਦੂਜਾ ਸਵਾਲ, ਸਾਨੂੰ ਸਫਾਈ ਕਿਉਂ ਕਰਨੀ ਚਾਹੀਦੀ ਹੈ? ਸੁੰਦਰਤਾ ਅਤੇ ਸਵੱਛਤਾ ਲਈ, ਤੰਦਰੁਸਤ ਰਹਿਣ ਲਈ, ਗੰਦਗੀ ਤੋਂ ਛੁਟਕਾਰਾ ਪਾਉਣ ਲਈ ਜਾਂ ਉਪਰੋਕਤ ਸਾਰੇ ਹੀ ਠੀਕ ਨੇ। ਸਫਾਈ ਰੱਖਣਾ ਬਹੁਤ ਜ਼ਰੂਰੀ ਹੈ। ਅੱਗੇ ਸੱਸਾ, ਪ੍ਰੀਤੀ ਬਹੁਤ ਸਿਆਣੀ ਹੈ। आओ देखिए प्रीति क्यों इन्नी सियाणी है। ये हैगी है कविता। प्रीति बहुत सियाणी है, उसनु पता है कितना जरूरी है हर रोज ब्रश करना ते नहाना। हो गए जे दंद खराब औखा हो जाओ गन्ने चुपना ते छलियां चुपाउणा। ते इत्थे दस्सिया गया है भी प्रीति बहुत समझदार है क्योंकि उन्हें पता है भी कितना जरूरी है रोज दंदां नू ब्रश करना। आ देखो ते नाल दी नाल नहाउणा भी, क्योंकि जे दंद खराब हो गए ना तो गन्ने चुपे जाने ते ना ही छलियां खाइया जानियां, फिर दंदां ने तो तंदुरुस्त रहना ही नहीं। अगे है प्रीति बहुत सियाणी है, उसनु पता है कितना जरूरी ने
नहा के साफ सुथरे कपड़े पाने, पसीना बदबू ते कीटाणु नाल जे हो गए बीमार तां ਪੈਣਗੀਆਂ ਦਵਾਈਆਂ ਖਾਣੀਆਂ ਤੇ ਟੀਕੇ ਲਗਵਾਉਣੇ। ਤੇ ਇੱਥੇ ਦੱਸਿਆ ਗਿਆ ਵੀ ਪ੍ਰੀਤੀ ਉਂਝ ਵੀ ਬਹੁਤ ਸਮਝਦਾਰ ਹੈ, ਉਹਨੂੰ ਪਤਾ ਹੈ ਵੀ ਰੋਜ਼ ਨਹਾ ਕੇ ਨਵੇਂ ਨਵੇਂ ਕੱਪੜੇ ਪਾਣੇ ਸਾਫ਼ ਸੁਥਰੇ ਕਿੰਨੇ ਜ਼ਰੂਰੀ ਨੇ, ਤਾਂ ਕਿ ਅਸੀਂ ਪਸੀਨੇ ਤੋਂ ਬਦਬੂ ਤੋਂ ਕੀਟਾਣੂਆਂ ਤੋਂ ਦੂਰ ਰਹਿ ਸਕੀਏ, ਆਪਣੇ ਸਰੀਰ ਨੂੰ ਦੂਰ ਰੱਖ ਸਕੀਏ ਤੇ ਬਿਮਾਰ ਨਾ ਪਈਏ। ਕਿਉਂਕਿ ਜੇਕਰ ਅਸੀਂ ਸਾਫ਼ ਸੁਥਰੇ ਨਹੀਂ ਰਹਾਂਗੇ, ਰੋਜ਼ ਨਹੀਂ ਨਹਾਵਾਂਗੇ, ਵਧੀਆ ਕੱਪੜੇ ਨਹੀਂ ਪਾਵਾਂਗੇ ਤਾਂ ਉਸ ਨਾਲ ਅਸੀਂ ਬਿਮਾਰ ਹੋ ਜਾਵਾਂਗੇ ਤੇ ਸਾਨੂੰ ਫਿਰ ਡਾਕਟਰ ਕੋਲ ਜਾ ਕੇ ਦਵਾਈਆਂ ਵੀ ਖਾਣੀਆਂ ਪੈਣੀਆਂ ਤੇ ਟੀਕੇ ਵੀ ਲਗਾਉਣੇ ਪੈਣੇ ਨੇ। ਪ੍ਰੀਤੀ ਬਹੁਤ ਸਿਆਣੀ ਹੈ, ਉਸਨੂੰ ਪਤਾ ਹੈ ਕਿੰਨਾ ਜ਼ਰੂਰੀ ਹੈ ਘਰ ਨੂੰ ਸੁੰਦਰ ਤੇ ਸਵੱਛ ਬਣਾਉਣਾ। ਕੂੜਾ ਜੇ ਕੂੜੇਦਾਨ ਵਿੱਚ ਨਾ ਪਾਇਆ ਤਾਂ ਮੱਖੀ ਨਾਲ ਹੈਜਾ, ਮੱਛਰ ਨਾਲ ਮਲੇਰੀਆ ਹੈ ਫੈਲ ਜਾਣਾ। ਉਹਨੂੰ ਇਹ ਵੀ ਪਤਾ ਹੈ ਵੀ ਆਪਣੇ ਦੰਦਾਂ ਦੀ, ਆਪਣੇ ਆਪ ਦੀ ਸਫਾਈ ਤੋਂ ਜ਼ਰੂਰੀ ਇਹ ਵੀ ਹੈਗਾ ਹੈ ਵੀ ਆਲਾ ਦੁਆਲਾ ਸਾਫ਼ ਹੋਏ, ਸਾਰੇ ਆਲੇ ਦੁਆਲੇ ਦੀ ਸਾਫ਼ ਸਫਾਈ ਕੀਤੀ ਜਾਏ, ਉਹ ਸੁੰਦਰ ਰਹੇ। ਕਿਉਂਕਿ ਜੇਕਰ ਕੂੜਾ ਨਾ ਸਾਫ਼ ਕੀਤਾ ਗਿਆ ਤਾਂ ਮੱਖੀਆਂ ਨਾਲ ਹੈਜਾ ਫੈਲ ਜੂਗਾ ਬਿਮਾਰੀ, ਤੇ ਮੱਛਰ ਇਕੱਠੇ ਹੋ ਕੇ ਮਲੇਰੀਆ ਫੈਲਾ ਦੇਣਗੇ। ਇਹਦਾ ਨੁਕਸਾਨ ਸਾਨੂੰ ਹੀ ਹੋਏਗਾ। ਪ੍ਰੀਤੀ ਬਹੁਤ ਸਿਆਣੀ ਹੈ, ਉਸਨੂੰ ਪਤਾ ਹੈ ਕਿ ਕਿੰਨਾ ਜ਼ਰੂਰੀ ਹੈ ਗਲੀ ਵਿੱਚ ਝਾੜੂ ਲਗਾਉਣਾ। ਜੇ ਨਾ ਸਾਫ਼ ਰੱਖਿਆ ਆਲਾ ਦੁਆਲਾ ਤਾਂ ਸਾਰਾ ਕੂੜਾ ਮੋਰ ਘਰ ਨੂੰ ਹੀ ਆਉਣਾ। ਉਹਨੂੰ ਇਹ ਵੀ ਪਤਾ ਹੈ ਵੀ ਆਪਣੇ ਘਰ ਦੀ ਸਾਫ਼ ਸਫਾਈ ਤੋਂ ਜ਼ਰੂਰੀ ਇਹ ਵੀ ਹੈਗਾ ਵੀ ਆਲਾ ਦੁਆਲਾ ਵੀ ਸਾਫ਼ ਰੱਖਿਆ ਜਾਏ। ਕਿਉਂਕਿ ਜੇ ਆਲਾ ਦੁਆਲਾ ਸਾਫ਼ ਨਾ ਰੱਖਿਆ ਗਿਆ ਤਾਂ ਉਹ ਕੂੜਾ ਜਿਹੜਾ ਬਾਹਰ ਪਿਆ ਉਹ ਮੁੜ ਸਾਡੇ ਘਰ ਵਿੱਚ ਹੀ ਆ ਜਾਏਗਾ। ਜਦ ਆਪਾਂ ਬਾਹਰ ਜਾਵਾਂਗੇ ਸਾਡੇ ਪੈਰਾਂ ਰਾਹੀਂ ਸਾਡੇ ਘਰ ਵਾਪਸ ਮੁੜ ਆ ਜਾਏਗਾ। ਅੱਗੇ ਪ੍ਰੀਤੀ ਬਹੁਤ ਸਿਆਣੀ ਹੈ, ਉਸਨੂੰ ਪਤਾ ਹੈ ਕਿੰਨਾ ਜ਼ਰੂਰੀ ਹੈ ਚੰਗੀਆਂ ਭੋਜਨ ਆਦਤਾਂ ਨੂੰ ਅਪਣਾਉਣਾ। ਖਾਂਦੇ ਰਹੇ ਜੇ ਗੰਦੇ ਹੱਥਾਂ ਨਾਲ, ਨੰਗਾ ਭੋਜਨ ਖਰਾਬ ਹੋ ਜਾਊ, ਸਿਹਤ ਤੇ ਪੈ ਜਾਊ ਪਛਤਾਉਣਾ। ਤੇ ਉਹਨੂੰ ਇਹ ਵੀ ਪਤਾ ਹੈ ਵੀ ਭੋਜਨ ਖਾਣ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ ਚੰਗੀਆਂ ਆਦਤਾਂ ਨੂੰ ਅਪਣਾਉਣਾ, ਹੱਥ ਧੋ ਕੇ ਫੇਰੀ ਭੋਜਨ ਖਾਣਾ, ਤੇ ਹਮੇਸ਼ਾ ਭੋਜਨ ਖਾਣ ਤੋਂ ਬਾਅਦ ਜੇ ਕੋਈ ਬਚ ਜਾਵੇ ਤਾਂ ਉਹਨੂੰ ਢੱਕ ਕੇ ਰੱਖਣਾ। ਕਿਉਂਕਿ ਜੇ ਢੱਕਿਆ ਹੋਇਆ ਭੋਜਨ ਨਹੀਂ ਖਾਓਗੇ ਤਾਂ ਉਹਦੇ ਤੇ ਮੱਖੀਆਂ ਮੱਛਰ ਆ ਕੇ ਬੈਠੇ ਹੋਣਗੇ ਤੇ ਉਸ ਤੋਂ ਬੰਦਾ ਬਿਮਾਰ ਵੀ ਹੋ ਸਕਦਾ ਹੈ। ਪ੍ਰੀਤੀ ਬਹੁਤ ਸਿਆਣੀ ਹੈ, ਉਸਨੂੰ ਪਤਾ ਹੈ ਕਿੰਨਾ ਜ਼ਰੂਰੀ ਹੈ ਹਰੀਆਂ ਸਬਜ਼ੀਆਂ, ਫਲ ਤੇ ਸਲਾਦ ਖਾਣਾ। ਖਾ ਕੇ ਬਾਜ਼ਾਰੋਂ ਭੋਜਨ ਪੀਂਦੇ ਰਹੇ ਜੇ ਕੋਲਡ ਡਰਿੰਕ ਤਾਂ ਕਮਜ਼ੋਰ ਹੋਣਗੀਆਂ ਅੱਖਾਂ, ਪਵੇਗਾ ਚਸ਼ਮਾ ਲਗਾਉਣਾ। ਉਹਨੂੰ ਇਹ ਵੀ ਪਤਾ ਹੈ ਵੀ ਹਰੀਆਂ ਸਬਜ਼ੀਆਂ, ਫਲ ਖਾਣਾ ਸਿਹਤ ਲਈ ਕਿੰਨਾ ਜ਼ਰੂਰੀ ਹੈਗਾ। ਪੌਸ਼ਟਿਕ ਖਾਣਾ ਖਾਣਾ ਬਹੁਤ ਜ਼ਰੂਰੀ ਹੈ। ਸੰਤੁਲਿਤ ਖਾਣਾ ਖਾਣਾ ਬਹੁਤ ਜ਼ਰੂਰੀ ਹੈ ਸਰੀਰ ਲਈ। ਕਿਉਂਕਿ ਜੇ ਤੁਸੀਂ ਬਾਹਰੋਂ ਖਾਣਾ ਖਾਂਦੇ ਰਹੇ ਤਾਂ ਉਹਦੇ ਨਾਲ ਸਾਡੇ ਚਸ਼ਮਾ ਵੀ ਲੱਗ ਜਾਏਗਾ। ਕੋਲਡ ਡਰਿੰਕਾਂ ਪੀਂਦੇ ਰਹੇ ਤਾਂ ਚਸ਼ਮਾ ਲੱਗ ਜਾਏਗਾ ਤੇ ਅੱਖਾਂ ਖਰਾਬ ਹੋ ਜਾਣਗੀਆਂ। ਅੱਗੇ ਦੱਸਿਆ ਗਿਆ ਪ੍ਰੀਤੀ ਬਹੁਤ ਸਿਆਣੀ ਹੈ, ਉਸਨੂੰ ਯਾਦ ਹੈ ਆਪਣੀ ਦਾਦੀ ਦਾ ਕਹਿਣਾ, ਵੇਲਾ ਰਹਿੰਦੇ ਕਰ ਲਓ ਵਿਚਾਰ, ਕਿਉਂਕਿ ਲੰਘਿਆ ਵੇਲਾ ਕਦੇ ਹੱਥ ਨਹੀਂ ਆਉਣਾ। ਉਹਨੂੰ ਇਹ ਵੀ ਪਤਾ ਹੈ ਵੀ ਦਾਦੀ ਜੀ ਨੇ ਦੱਸਿਆ ਸੀ ਵੀ ਸਮੇਂ ਦੀ ਕਦਰ ਕਰੋ। ਜੇ ਸਮਾਂ ਲੰਘ ਗਿਆ ਤੇ ਤੁਸੀਂ ਬਰਬਾਦ ਕਰਤਾ ਤਾਂ ਉਹ ਮੁੜ ਵਾਪਸ ਨਹੀਂ ਆਣਾ, ਫਿਰ ਤਾਂ ਪਛਤਾਉਣਾ ਪੈ ਜਾਏਗਾ। ਹੈ ਕਿ ਨਹੀਂ ਪ੍ਰੀਤੀ ਸਮਝਦਾਰ ਬੱਚਿਓ? ਆ ਲਿਖੀ ਹੋਈ ਹੈ ਕਿਰਿਆ। ਚਰਚਾ ਕਰੋ ਕਿ ਪ੍ਰੀਤੀ ਸੱਚਮੁੱਚ ਸਿਆਣੀ ਹੈ, ਜੇਕਰ ਹਾਂ ਤਾਂ ਕਿਉਂ? ਇਸ ਦਾ ਉੱਤਰ ਆਪਾਂ ਇੱਥੇ ਲਿਖ ਦਿੰਦੇ ਹਾਂ। ਸਭ ਤੋਂ ਪਹਿਲਾਂ ਜੀ ਹਾਂ, ਪ੍ਰੀਤੀ सचमुच ही सियाणी है, क्योंकि वो सफाई प्रति जागरूक है। उसनू पता है कि
सफाई रखना कितना जरूरी है। सफाई रखण नाल शरीर तंदुरुस्त रहंदा है। मनुख बीमारियां तो मुक्त रहंदा है। प्रीति विच सारियां चंगियां आदतां हन। इसलिए ओह सचमुच ही सियाणी है। ठीक है बच्चों, अगे है दूजी क्रिया, प्रीति दियां चंगियां सेहत आदतां दी सूची बनाओ। आओ लिखिए। सब तो पहला दूजे दा उत्तर, सब तो पहला ओह सवेरे हर रोज ब्रश करती है। दूजा ओह हमेशा साफ सुथरे कपड़े पाउंदी है। तीजा ओह अपना घर अते आला दुआला साफ रखती है। चौथा भोजन खान तो पहला हत्थां नूं चंगी तरह धोंदी है। पंजवां कूड़ा कूड़ेदान विच सुटदी है। ते छेवां ओह हरियां सब्जियां ते फल खांदी है। ठीक है, ते अगे है तीजी क्रिया, इत्थे दस्सिया गया है प्रीति ने चंगियां सेहत आदतां दे एक भाषण तैयार करो, भाषण लिखण विच उसकी मदद करो। ते आओ फिर प्रीति दी मदद करिए भाषण लिखण विच। आ रहा भाषण तैयार, चंगी सेहत दियां आदतां। सत्कारयोग अध्यापक अते मेरे प्यारे दोस्तों, तुहानू सारिआं नू शुभ सवेर। मैं 5वीं क्लास दा अमन चंगी सेहत दियां आदतां विषय ते अपने विचार पेश करन जा रहा हां। ਇਹ ਕਿਹਾ ਜਾਂਦਾ ਹੈ ਕਿ ਜੇ ਸਿਹਤ ਵਧੀਆ ਹੈ ਫਿਰ ਸੰਸਾਰ ਸਵਰਗ ਲੱਗਦਾ ਹੈ।
पर अपनी सेहत ਨੂੰ ਬਣਾਈ ਰੱਖਣ ਸਾਡੇ ਆਪਣੇ ਹੱਥਾਂ ਵਿੱਚ ਹੈ। ਇਸ ਦੇ ਲਈ ਸਾਨੂੰ ਚੰਗੀਆਂ ਸਿਹਤਮੰਦ ਆਦਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਾਨੂੰ ਸਵੇਰੇ ਗਰਮ ਪਾਣੀ ਪੀਣਾ ਚਾਹੀਦਾ ਹੈ ਤੇ ਟਾਇਲਟ ਜਾਣ ਤੋਂ ਬਾਅਦ ਆਪਣੇ ਹੱਥ ਸਾਬਣ ਨਾਲ ਧੋਣੇ ਚਾਹੀਦੇ ਹਨ। ਸਾਨੂੰ ਰੋਜ਼ਾਨਾ ਆਪਣੇ ਦੰਦਾਂ ਨੂੰ ਬਰਸ਼ ਕਰਨਾ ਚਾਹੀਦਾ ਹੈ। ਸਾਨੂੰ ਹਰ ਰੋਜ਼ ਆਪਣੇ ਸਰੀਰ ਤੇ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ ਅਤੇ ਹਰ ਰੋਜ਼ ਨਹਾਉਣਾ ਚਾਹੀਦਾ ਹੈ। ਲੋੜ ਅਨੁਸਾਰ ਵਾਲਾਂ ਨੂੰ ਸਾਬਣ ਜਾਂ ਸ਼ੈਂਪੂ ਨਾਲ ਧੋਣਾ ਚਾਹੀਦਾ ਹੈ। ਸਾਫ਼ ਕੱਪੜੇ ਪਾਉਣੇ ਚਾਹੀਦੇ ਹਨ। ਸਾਨੂੰ ਕੁਝ ਦਿਨਾਂ ਬਾਅਦ ਘਰ ਵਿੱਚ ਵਰਤੇ ਜਾਣ ਵਾਲੇ ਪੈਰ ਦੇ ਮੈਟ ਨੂੰ ਧੁੱਪ ਵਿੱਚ ਰੱਖਣਾ ਚਾਹੀਦਾ ਹੈ ਅਤੇ ਜੇ ਸੰਭਵ ਹੋਵੇ ਤਾਂ ਇਸ ਕਿਸਮ ਦੇ ਕੱਪੜੇ ਧੋਣੇ ਚਾਹੀਦੇ ਹਨ। ਸਾਨੂੰ ਆਪਣੇ ਆਲੇ ਦੁਆਲੇ ਦੇ ਘਰ, ਗਲੀ, ਸਕੂਲ ਆਦਿ ਨੂੰ ਸਾਫ਼ ਰੱਖਣਾ ਚਾਹੀਦਾ ਹੈ। ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਬਾਜ਼ਾਰ ਤੋਂ ਖਰੀਦੇ ਗਏ ਭੋਜਨ ਨੂੰ ਵਰਤੋਂ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਭੋਜਨ ਨੂੰ ਖੁੱਲਾ ਨਹੀਂ ਛੱਡਣਾ ਚਾਹੀਦਾ। ਫਾਸਟ ਫੂਡ ਅਤੇ ਕੋਲਡ ਡਰਿੰਕ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸਾਨੂੰ ਸਮੇਂ ਸਿਰ ਸੌਣਾ ਚਾਹੀਦਾ ਹੈ। ਸੌਣ ਤੋਂ ਪਹਿਲਾਂ ਦੰਦਾਂ ਨੂੰ ਬਰਸ਼ ਕਰਨਾ ਚਾਹੀਦਾ ਹੈ। ਕਸਰਤ ਦਿਨ ਵਿੱਚ ਘੱਟੋ ਘੱਟ ਅੱਧੇ ਘੰਟੇ ਲਈ ਕੀਤੀ ਜਾਣੀ ਚਾਹੀਦੀ ਹੈ। ਸਵੇਰੇ ਕਸਰਤ ਕਰਨਾ ਇੱਕ ਚੰਗੀ ਆਦਤ ਹੈ। ਇਸ ਲਈ ਜੇ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋਗੇ ਤਾਂ ਅਸੀਂ ਬਿਮਾਰ ਨਹੀਂ ਹੋਵਾਂਗੇ ਅਤੇ ਆਪਣੇ ਆਪ ਨੂੰ ਡਾਕਟਰ ਨੂੰ ਫੀਸ ਦੇਣ ਤੋਂ ਬਚਾ ਸਕਾਂਗੇ ਅਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਜੀ ਸਕਦੇ ਹਾਂ। ਠੀਕ ਹੈ ਬੱਚਿਓ, ਅੱਗੇ ਤੁਸੀਂ ਕਹਿ ਸਕਦੇ ਹੋ ਧੰਨਵਾਦ। अगला प्रश्न है, आओ समझ परखिए। पहला, प्रीति क्यों सियाणी है? उसकी उम्र वध है या ओह दुध पींदी है, ਉਹ ਸੁੰਦਰ ਹੈ ਜਾਂ ਉਸਨੂੰ ਚੰਗੀਆਂ ਆਦਤਾਂ ਦੀ ਜਾਣਕਾਰੀ ਹੈ। ਉਹ ਇਸ ਲਈ ਸਿਆਣੀ ਹੈ ਕਿਉਂਕਿ ਉਹਨੂੰ ਚੰਗੀਆਂ ਆਦਤਾਂ ਦੀ ਜਾਣਕਾਰੀ ਹੈ। ਦੂਜਾ, ਗੰਦੇ ਕੱਪੜੇ ਪਾਉਣ ਨਾਲ ਕੀ ਹੁੰਦਾ ਹੈ? ਬਦਬੂ ਆਉਂਦੀ ਹੈ, ਕੀਟਾਣੂ ਫੈਲਦੇ ਹਨ, ਬਿਮਾਰੀ ਲੱਗ ਜਾਂਦੀ ਹੈ ਜਾਂ ਇਹ ਸਾਰਾ ਕੁਝ? ਗੰਦੇ ਕੱਪੜੇ ਪਾਉਣ ਨਾਲ ਇਹ ਸਾਰਾ ਕੁਝ ਹੁੰਦਾ ਹੈ ਤੇ ਇਹ ਰਹੀ ਪ੍ਰੀਤੀ ਪਹਿਲੇ ਇਨਾਮ ਨਾਲ ਕਿਉਂਕਿ ਇਹ ਸਾਫ਼ ਸਫਾਈ ਰੱਖਦੀ ਹੈ। ਠੀਕ ਹੈ ਬੱਚਿਓ, ਮੈਂ ਉਮੀਦ ਕਰਦੀ ਹਾਂ ਤੁਸੀਂ ਵੀ ਵਧੇਰੇ ਸਾਫ਼ ਸਫਾਈ ਜ਼ਰੂਰ ਰੱਖਦੇ ਹੋਵੋਗੇ। ਹੁਣ ਆਪਾਂ ਮਿਲਾਂਗੇ ਅਗਲੀ ਕਲਾਸ 'ਚ। ਤਦ ਤੱਕ ਤੁਸੀਂ ਆਪਣਾ ਧਿਆਨ ਰੱਖਿਓ ਤੇ ਵਧੀਆ ਖਾਏ ਪੀਓ। ਸਤਿ ਸ਼੍ਰੀ ਅਕਾਲ।